ਹੁਣ ਕੈਨੇਡਾ ਹਾਈ ਕਮਿਸ਼ਨ ਨੇ ਇਹ ਅਪਡੇਸ਼ਨ ਕਰਤੀ ਕਿ ਤੁਸੀਂ ਇਹਨੂੰ ਦੋ ਸਟੇਜ ਦੇ ਵਿੱਚ ਡਿਵਾਈਡ ਕਰਤਾ। ਪਹਿਲੀ ਸਟੇਜ ਇਹ ਹੈ ਕਿ ਤੁਸੀਂ AIP ਲੈਣਾ, ਅਪਰੂਵਲ ਇਨ ਪ੍ਰਿੰਸੀਪਲ ਲੈਣਾ, ਜਿੰਦੇ ਵਿੱਚ ਪਹਿਲਾਂ ਹਾਈ ਕਮਿਸ਼ਨ ਬੱਚੇ ਨੂੰ ਇੱਕ ਪ੍ਰੀ ਅਪਰੂਵਲ ਲੈਟਰ ਦੇਗੀ, ਯਾਨੀ ਕਿ ਵੀਜ਼ਾ ਦੇਗੀ। ਉਹਦੇ ਵਿੱਚ ਉਹ ਬਾਇਓਮੈਟ੍ਰਿਕਸ ਤੇ ਮੈਡੀਕਲ ਨਹੀਂ ਕਰਾਏਗਾ। ਜਦੋਂ VFS ਓਪਨ ਹੋਏਗੀ ਆਪਣਾ ਸਟੈਂਪਿੰਗ ਉਸ ਤੋਂ ਬਾਅਦ ਕਰਾਏਗਾ। ਹੁਣ ਹਾਈ ਕਮਿਸ਼ਨ ਨੂੰ ਪਤਾ ਕਿ VFS ਹਾਲੇ ਤੱਕ ਓਪਨ ਨਹੀਂ ਕਰ ਪਾ ਰਹੀ, ਤਾਂ ਹਾਈ ਕਮਿਸ਼ਨ ਨੇ VFS ਵਾਲਾ ਜਿਹੜਾ ਪਾਰਟ ਹੈ ਪਲੱਸ ਜਿਹੜਾ ਮੈਡੀਕਲ ਵਾਲਾ ਪਾਰਟ ਆ ਉਹਨੂੰ ਸਾਈਡ ਤੇ ਕਰਕੇ ਉਹਨਾਂ ਨੇ ਬੱਚਿਆਂ ਨੂੰ ਅਪਰੂਵਲ ਦੇਣੀ ਸ਼ੁਰੂ ਕਰ ਦੇਣੀ ਹੈ। ਜਦੋਂ ਹੀ VFS ਖੁੱਲੇਗਾ ਬੱਚਾ ਆਪਣਾ ਮੈਡੀਕਲ ਕਰਾਏਗਾ, ਅਗਰ ਉਹਨਾਂ ਵਿੱਚ ਕਰੋਨਾ ਟੈਸਟ ਕਰਾਉਣਾ ਪਿਆ ਉਹ ਕਰਵਾਏਗਾ ਤੇ ਉਸ ਤੋਂ ਬਾਇਓਮੈਟ੍ਰਿਕਸ ਕਰਾ ਕੇ ਆਪਣੀ ਪਾਸਪੋਰਟ ਦੀ ਸਟੈਂਪਿੰਗ ਕਰਵਾਏਗਾ। ਜਦੋਂ ਉਹਦਾ ਕਰੋਨਾ ਟੈਸਟ ਪੋਜ਼ਿਟਿਵ ਹਟ ਕੇ ਨੈਗੇਟਿਵ ਵਾਲਾ ਆ ਜਾਏਗਾ ਫਿਰ ਹੀ ਉਹਨੂੰ ਵੀਜ਼ਾ ਸਟੈਂਪ ਹੋਏਗਾ। ਤਾਂ ਉਹਦੇ ਵਿੱਚ ਹਾਈ ਕਮਿਸ਼ਨ ਨੇ ਤਿੰਨ ਚੀਜ਼ਾਂ ਕੀਤੀਆਂ ਕਿ AIP ਮਿਲਣ ਤੋਂ ਬਾਅਦ ਵੀ ਤੁਹਾਡੇ ਤਿੰਨ ਚੀਜ਼ਾਂ ਤੁਹਾਡੇ ਕੋਲ ਹੋਣੀ ਚਾਹੀਦੀ। ਇੱਕ ਤੁਹਾਡਾ ਮੈਡੀਕਲ ਕਲੀਅਰ ਹੋਣਾ ਚਾਹੀਦਾ, ਸੈਕਿੰਡ ਤੁਹਾਡੇ ਬਾਇਓਮੈਟ੍ਰਿਕਸ ਹੋਣੇ ਚਾਹੀਦੇ ਹੈ, ਥਰਡ ਤੁਹਾਡੀ PCC ਕਿ ਬੱਚੇ ਉੱਤੇ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਪਿਆ। ਅਗਰ ਤਿੰਨ ਚੀਜ਼ਾਂ ਕਲੀਅਰ ਹੋਣਗੀਆਂ ਤਾਂ ਹੀ ਉਸ ਬੱਚੇ ਨੂੰ ਟਰੈਵਲ ਕਰਨ ਦੀ ਪਰਮਿਸ਼ਨ ਮਿਲੇਗੀ। ਅਗਰ ਇਹਨਾਂ ਵਿੱਚ ਕੋਈ ਵੀ ਇੱਕ ਚੀਜ਼ ਨਹੀਂ ਹੋਏਗੀ ਤਾਂ ਬੱਚਾ ਟਰੈਵਲ ਨਹੀਂ ਕਰ ਸਕਦਾ। ਅਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਸੀ ਤੇ ਅੰਬੈਸੀ ਸਾਨੂੰ ਅਪਰੂਵਲ ਲੈਟਰ ਦਿੰਦੀ ਸੀ, ਜਾਂ ਜੇਕਰ ਸਾਡਾ ਵੀਜ਼ਾ ਨਹੀਂ ਲੱਗਦਾ ਰਿਫਿਊਜ਼ਲ ਲੈਟਰ ਦਿੰਦੀ ਸੀਗੀ। ਹੁਣ AIP ਸਾਰਿਆਂ ਦਾ ਲੱਗੇਗਾ। ਤਾਂ ਜਿਹੜਾ ਵੀਜ਼ਾ ਹੈ ਅਪਰੂਵਲ ਇਨ ਪ੍ਰਿੰਸੀਪਲ ਹਰ ਇੱਕ ਨੂੰ ਨਹੀਂ ਮਿਲੇਗਾ। ਜਿਹੜਾ ਬੱਚਾ ਐਲੀਜੀਬਲ ਹੋਏਗਾ, ਜਿਹੜੇ ਬੱਚੇ ਦੇ ਐਕੈਡੈਮਿਕ ਸਕੋਰ, ਆਈਲੈਟ ਸਕੋਰ ਔਰ ਉਹਦੇ ਫਾਈਨੈਂਸ਼ੀਅਲ ਸਾਰੇ ਵੈਰੀਫਾਈ ਹੋਣਗੇ, ਉਸੇ ਬੰਦੇ ਨੂੰ ਅਪਰੂਵਲ ਇਨ ਪ੍ਰਿੰਸੀਪਲ ਮਿਲੇਗਾ। ਇਸ ਤਰ੍ਹਾਂ ਪਹਿਲਾਂ ਹੀ ਕੈਨੇਡਾ ਦਾ ਵਿਦਆਊਟ ਆਈਲੈਟਸ ਦਾ ਕਾਫੀ ਏਜੰਟ ਦਾਅਵਾ ਕਰਦੇ ਨੇ ਕਿ ਅਸੀਂ ਤੁਹਾਨੂੰ ਬਿਨਾਂ ਆਈਲੈਟਸ ਤੋਂ ਕੈਨੇਡਾ ਭੇਜਾਂਗੇ। ਤੇ ਹੁਣ ਜੋ AIP ਵਾਲੀਆਂ ਪਾਲਿਸੀ ਆਈ ਹੈ ਕੈਨੇਡਾ ਅੰਬੈਸੀ ਨੇ ਕੱਢੀ ਹੈ, ਇਸ ਦੇ ਵਿੱਚ ਵੀ ਕਾਫੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਹੁਣ ਬਿਨਾਂ ਆਈਲੈਟਸ ਤੋਂ ਹੀ ਅਸੀਂ AIP ਦਵਾਵਾਂਗੇ। ਦੇਖੋ AIP ਜਿਹੜਾ ਹੈਗਾ ਉਹ ਹਾਈ ਕਮਿਸ਼ਨ ਨੇ ਗ੍ਰਾਂਟ ਕਰਨਾ ਹੈ, ਮੇਰੇ ਔਰ ਕਿਸੇ ਹੋਰ ਕੰਸਲਟੈਂਟ ਨੇ ਗ੍ਰਾਂਟ ਨਹੀਂ ਕਰਨਾ। ਹਾਈ ਕਮਿਸ਼ਨ ਉਹਦੇ ਉੱਤੇ ਵਰਕਿੰਗ ਕਰਕੇ ਯੈਸ ਔਰ ਨੋ ਦੇਗੀ, ਜਾਂ ਤਾਂ AIP ਦੇਗੀ ਜਾਂ AIP ਨਹੀਂ ਦੇਗੀ। ਕੀ AIP ਮਿਲਣ ਤੋਂ ਬਾਅਦ 100% ਬੰਦਾ ਕੈਨੇਡਾ ਜਾ ਸਕਦਾ? ਦੇਖੋ ਜਿਹੜੇ ਬੱਚੇ ਦਾ AIP ਮਿਲੇਗਾ ਔਰ ਜਿਹੜਾ ਆਪਣੀ ਐਂਡਲੀਆਂ ਤਿੰਨ ਕੰਡੀਸ਼ਨਾਂ ਫੁੱਲਫਿਲ ਕਰੇਗਾ, ਬਾਇਓਮੈਟ੍ਰਿਕਸ, ਮੈਡੀਕਲ ਔਰ PCC, ਉਹ 100% ਕੈਨੇਡਾ ਜਾਏਗਾ। ਤਰ੍ਹਾਂ ਕੈਨੇਡਾ ਨੇ ਹੁਣ ਇਹ ਸਾਰੇ ਪ੍ਰੋਸੈਸ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਹੈ। ਤਾਂ ਇਹ ਹੁਣ ਹਮੇਸ਼ਾ ਲਈ ਇੱਦਾਂ ਰਹਿ ਜਾਏਗਾ ਕਿ ਕੁਝ ਟਾਈਮ ਪੀਰੀਅਡ ਲਈ ਹੈ, ਤੇ ਕਦੋਂ ਤੋਂ ਹੁਣ ਇਹ ਆਪਾਂ ਫਾਈਲਾਂ ਲਗਾ ਸਕਦੇ ਹਾਂ ਤੇ ਕਿੰਨੀ ਤਰੀਕ ਤੱਕ ਸਤੰਬਰ ਇਨਟੇਕ ਵਾਸਤੇ ਇਹ ਫਾਈਲਾਂ ਆਪਾਂ ਲਗਾ ਸਕਦੇ ਹਾਂ? ਕੀ ਲਾਸਟ ਡੇਟ ਹੈ? ਸਤੰਬਰ ਇਨਟੇਕ ਦਾ ਜਿਹੜਾ ਬੱਚਾ ਵੀ ਹੈ ਉਹ 15 ਸਤੰਬਰ ਤੱਕ ਫਾਈਲ ਆਪਣੀ ਲਗਾ ਸਕਦਾ ਹੈ, ਔਰ ਜਿਹੜਾ ਜਨਵਰੀ ਇਨਟੇਕ ਦਾ ਬੱਚਾ ਉਹ ਵੀ ਆਪਣੀ 15 ਸਤੰਬਰ ਤੱਕ ਇਸ ਪ੍ਰੋਸੈਸ ਦੇ ਵਿੱਚ ਫਾਈਲ ਲਗਾ ਸਕਦਾ ਹੈ। ਕਰੋਨਾ ਕਾਲ ਦੇ ਦੌਰਾਨ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਸੀ, ਕਿਉਂਕਿ ਕਰੋਨਾ ਵਾਇਰਸ ਦੇ ਕਾਰਨ ਸਾਰੇ ਕੰਟਰੀਆਂ ਨੇ ਸਣੇ ਕੈਨੇਡਾ ਨੇ ਆਪਣੇ ਬਾਰਡਰ ਬੰਦ ਕਰ ਦਿੱਤੇ ਸੀ। ਪਰ ਹੁਣ ਉਹਨਾਂ ਵਿਦਿਆਰਥੀਆਂ ਵਾਸਤੇ ਇੱਕ ਖੁਸ਼ਖਬਰੀ ਆਈ ਹੈ। ਕੈਨੇਡਾ ਨੇ ਆਪਣੇ ਵੀਜ਼ੇ ਖੋਲ੍ਹ ਦਿੱਤੇ ਨੇ, ਬਾਰਡਰ ਵੀ ਆਪਣੇ ਖੋਲ੍ਹ ਦਿੱਤੇ ਨੇ, ਪਰ ਹਜੇ ਵੀ ਤੁਸੀਂ ਕੈਨੇਡਾ ਨਹੀਂ ਜਾ ਸਕਦੇ। ਪਰ ਤੁਹਾਨੂੰ ਕਿਸ ਤਰ੍ਹਾਂ ਕੈਨੇਡਾ ਦਾ ਵੀਜ਼ਾ ਮਿਲੇਗਾ, ਕਿਸ ਤਰ੍ਹਾਂ ਤੁਸੀਂ ਆਪਣੀਆਂ ਉੱਥੇ ਕਲਾਸਾਂ ਸ਼ੁਰੂ ਕਰ ਸਕਦੇ ਹੋ? ਕੈਨੇਡਾ ਨੇ ਨਵੇਂ ਰੂਲਸ ਕੱਢੇ ਨੇ, ਉਹ ਕੀ ਰੂਲਸ ਨੇ? ਕਿਸ ਤਰ੍ਹਾਂ ਤੁਸੀਂ ਹੁਣ ਪੜ੍ਹਾਈ ਸ਼ੁਰੂ ਕਰ ਸਕਦੇ ਹੋ? ਕਿਸ ਤਰ੍ਹਾਂ ਤੁਹਾਨੂੰ ਵੀਜ਼ਾ ਮਿਲ ਸਕਦਾ? ਇਸ 'ਤੇ ਹੀ ਗੱਲਬਾਤ ਕਰਨ ਲਈ ਸਾਡੇ ਨਾਲ ਵਿਜ਼ਨ ਗਰੁੱਪ ਤੋਂ ਹਨੀਸ਼ ਉੱਪਲ ਜੀ ਮੌਜੂਦ ਨੇ। ਇਹ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਹੈ, ਕਿਸ ਤਰ੍ਹਾਂ ਤੁਸੀਂ ਹੁਣ ਕੈਨੇਡਾ ਦਾ ਆਪਣਾ ਸੁਪਨਾ ਸਾਕਾਰ ਕਰ ਸਕੋਗੇ, ਤੇ ਕਿਸ ਤਰ੍ਹਾਂ ਸਤੰਬਰ ਇਨਟੇਕ ਜੋ ਕਾਫੀ ਸ਼ਿਸ਼ੂਪਨ ਚੱਲ ਰਿਹਾ ਸੀ ਲੋਕਾਂ ਦੇ ਮਨਾਂ ਦੇ ਵਿੱਚ ਕਿ ਕੀ ਸਤੰਬਰ ਇਨਟੇਕ ਦੇ ਵਿੱਚ ਉਹਨਾਂ ਦਾ ਹੁਣ ਬੱਚਾ ਬਾਹਰ ਜਾ ਪਾਏਗਾ ਜਾਂ ਨਹੀਂ, ਉਸ ਤੇ ਸਾਰੀ ਗੱਲਬਾਤ ਇਹਨਾਂ ਨਾਲ ਆਪਾਂ ਕਰਾਂਗੇ। ਸਰ, ਕੈਨੇਡਾ ਨੇ ਹੁਣ ਕਹਿ ਤਾਂ ਦਿੱਤਾ ਕਿ ਵੀਜ਼ੇ ਖੋਲ ਦਿੱਤੇ ਨੇ, ਪਰ ਕੀ ਪ੍ਰੋਸੈਸ ਹੈ? ਕੀ ਕੈਨੇਡਾ ਨੇ ਹੁਣ ਨਵੇਂ ਰੂਲਸ ਕੱਢੇ ਨੇ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਕੈਨੇਡਾ ਨੇ ਜਿਹੜੇ ਨਵੇਂ ਰੂਲਸ ਕੱਢੇ, ਉਹਦੇ ਕੈਨੇਡਾ ਜਿਹੜਾ ਆਪਣਾ ਵੀਜ਼ਾ ਪ੍ਰੋਸੈਸਿੰਗ ਸਿਸਟਮ ਹੈ ਉਹ ਦੋ ਸਟੇਜ ਦੇ ਵਿੱਚ ਡਿਵਾਈਡ ਕਰਤਾ। ਪਹਿਲਾਂ ਕੀ ਸੀਗਾ ਕਿ ਬੱਚਾ ਹਾਈ ਕਮਿਸ਼ਨ ਫਾਈਲ ਆਨਲਾਈਨ ਜਾਂ ਆਫਲਾਈਨ ਲਗਾਉਂਦਾ ਸੀਗਾ, ਵੀਜ਼ਾ ਮਿਲ ਜਾਂਦਾ ਸੀ ਤੇ ਪਾਸਪੋਰਟ ਤੇ ਸਟੈਂਪਿੰਗ ਹੋ ਜਾਂਦੀ ਸੀ। ਹੁਣ ਕੈਨੇਡਾ ਹਾਈ ਕਮਿਸ਼ਨ ਨੇ ਇਹ ਅਪਡੇਸ਼ਨ ਕਰਤੀ ਕਿ ਤੁਸੀਂ ਇਹਨੂੰ ਦੋ ਸਟੇਜ ਦੇ ਵਿੱਚ ਡਿਵਾਈਡ ਕਰਤਾ। ਪਹਿਲੀ ਸਟੇਜ ਇਹ ਹੈ ਕਿ ਤੁਸੀਂ AIP ਲੈਣਾ, ਅਪਰੂਵਲ ਇਨ ਪ੍ਰਿੰਸੀਪਲ ਲੈਣਾ, ਜਿੰਦੇ ਵਿੱਚ ਪਹਿਲਾਂ ਹਾਈ ਕਮਿਸ਼ਨ ਬੱਚੇ ਨੂੰ ਇੱਕ ਪ੍ਰੀ ਅਪਰੂਵਲ ਲੈਟਰ ਦੇਗੀ, ਯਾਨੀ ਕਿ ਵੀਜ਼ਾ ਦੇਗੀ। ਉਹਦੇ ਵਿੱਚ ਉਹ ਬਾਇਓਮੈਟ੍ਰਿਕਸ ਤੇ ਮੈਡੀਕਲ ਨਹੀਂ ਕਰਾਏਗਾ। ਜਦੋਂ VFS ਓਪਨ ਹੋਏਗੀ ਆਪਣਾ ਸਟੈਂਪਿੰਗ ਉਸ ਤੋਂ ਬਾਅਦ ਕਰਾਏਗਾ।
ਤਾਂ ਉਹਦੇ ਵਿੱਚ ਫਸਟ ਪ੍ਰੋਸੈਸ ਦੇ ਵਿੱਚ ਕੀ ਹੋਏਗਾ, ਬੱਚੇ ਆਪਣੇ ਐਜੂਕੇਸ਼ਨ ਡਾਕੂਮੈਂਟ ਵਗੈਰਾ ਸਾਰੇ, ਆਪਣੀ LOE ਲੈਟਰ, ਇਹ ਸਾਰੇ ਡਾਕੂਮੈਂਟਸ ਹਾਈ ਕਮਿਸ਼ਨ ਆਨਲਾਈਨ ਸਬਮਿਟ ਕਰੇਗਾ। ਹਾਈ ਕਮਿਸ਼ਨ ਉਹਦੇ ਉੱਤੇ ਵਰਕਿੰਗ ਕਰਕੇ ਉਹਨੂੰ ਅਪਰੂਵਲ ਇਨ ਪ੍ਰਿੰਸੀਪਲ ਦੇਗੀ। ਜਦੋਂ ਅਪਰੂਵਲ ਇਨ ਪ੍ਰਿੰਸੀਪਲ ਮਿਲ ਗਿਆ, ਬੱਚਾ ਆਪਣੀ ਆਨਲਾਈਨ ਕਲਾਸਿਸ ਲਗਾ ਸਕਦਾ ਹੈ। ਤੇ ਜਦੋਂ ਵੀ VFS ਓਪਨ ਹੁੰਦਾ ਹੈ, ਬੱਚਾ ਆਪਣਾ ਬਾਇਓਮੈਟ੍ਰਿਕਸ ਤੇ ਮੈਡੀਕਲ ਉਦੋਂ ਸਬਮਿਟ ਕਰਕੇ ਪਾਸਪੋਰਟ ਤੇ ਸਟੈਂਪ ਲਗਵਾ ਸਕਦਾ। ਹਨੀਸ਼ ਜੀ, ਇੱਥੇ ਇੱਕ ਕਾਫੀ ਉਹ ਹੈਗਾ ਕਿ AIP ਹੁਣ ਕੀ ਸਾਰਿਆਂ ਨੂੰ ਹੀ ਮਿਲ ਜਾਏਗਾ ਜਿਨ੍ਹਾਂ ਨੇ ਫਾਈਲਾਂ ਅਪਲਾਈ ਕੀਤੀਆਂ ਨੇ, ਜਿੰਨੇ ਵੀ ਬੱਚੇ ਨੇ? ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀਗਾ ਕਿ ਅਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਸੀ ਤੇ ਅੰਬੈਸੀ ਸਾਨੂੰ ਅਪਰੂਵਲ ਲੈਟਰ ਦਿੰਦੀ ਸੀ, ਜਾਂ ਜੇਕਰ ਸਾਡਾ ਵੀਜ਼ਾ ਨਹੀਂ ਲੱਗਦਾ ਰਿਫਿਊਜ਼ਲ ਲੈਟਰ ਦਿੰਦੀ ਸੀਗੀ। ਹੁਣ AIP ਸਾਰਿਆਂ ਦਾ ਲੱਗੇਗਾ? ਨਹੀਂ, AIP ਜਿਹੜਾ ਹੈਗਾ ਉਹ ਅਪਰੂਵਲ ਇਨ ਪ੍ਰਿੰਸੀਪਲ ਉਹਨਾਂ ਐਪਲੀਕੈਂਟ ਨੂੰ ਮਿਲੇਗਾ ਜਿਨ੍ਹਾਂ ਦਾ ਵੀਜ਼ਾ ਹਾਈ ਕਮਿਸ਼ਨ ਅਪਰੂਵਡ ਕਰੇਗੀ। ਅਪਰੂਵਲ ਇਨ ਪ੍ਰਿੰਸੀਪਲ ਦਾ ਮਤਲਬ ਇਹ ਹੈ ਕਿ ਹਾਈ ਕਮਿਸ਼ਨ ਤੁਸੀਂ ਆਪਣੀ ਫਾਈਲ ਸਬਮਿਟ ਕਰੋਗੇ ਆਨਲਾਈਨ, ਸਬਮਿਟ ਕਰਨ ਤੋਂ ਬਾਅਦ ਹਾਈ ਕਮਿਸ਼ਨ ਉਸ ਫਾਈਲ ਦੇ ਉੱਤੇ ਵਰਕਿੰਗ ਕਰੇਗਾ, ਤੁਹਾਨੂੰ ਅਪਰੂਵਲ ਇਨ ਪ੍ਰਿੰਸੀਪਲ ਯਾਨੀ ਕਿ ਵੀਜ਼ਾ ਵੀ ਦੇ ਸਕਦਾ ਔਰ ਰਿਫਿਊਜ਼ਲ ਵੀ ਕਰਾ ਸਕਦਾ ਹੈ। ਤਾਂ ਜਿਹੜਾ ਵੀਜ਼ਾ ਹੈ ਅਪਰੂਵਲ ਇਨ ਪ੍ਰਿੰਸੀਪਲ ਹਰ ਇੱਕ ਨੂੰ ਨਹੀਂ ਮਿਲੇਗਾ। ਜਿਹੜਾ ਬੱਚਾ ਐਲੀਜੀਬਲ ਹੋਏਗਾ, ਜਿਹੜੇ ਬੱਚੇ ਦੇ ਐਕੈਡੈਮਿਕ ਸਕੋਰ, ਆਈਲੈਟ ਸਕੋਰ ਔਰ ਉਹਦੇ ਫਾਈਨੈਂਸ਼ੀਅਲ ਸਾਰੇ ਵੈਰੀਫਾਈ ਹੋਣਗੇ, ਉਸੇ ਬੰਦੇ ਨੂੰ ਅਪਰੂਵਲ ਇਨ ਪ੍ਰਿੰਸੀਪਲ ਮਿਲੇਗਾ। ਤੇ ਹੁਣ ਜਿਨ੍ਹਾਂ ਨੇ ਸਪਟੈਂਬਰ ਇਨਟੇਕ ਵਾਸਤੇ ਆਪਣੀ ਫਾਈਲ ਲਗਾਈ ਸੀਗੀ ਤੇ ਉਹਨਾਂ ਨੂੰ ਹੁਣ ਜੇ ਮੰਨ ਲਓ AIP ਵੀ ਮਿਲ ਗਿਆ, ਉਹ ਫਿਰ ਉਸ ਤੋਂ ਬਾਅਦ ਬਾਹਰ ਕਦੋਂ ਜਾਣਗੇ? ਕਿ ਇੱਥੇ ਤਾਂ ਨਹੀਂ ਰਹਿ ਜਾਣਗੇ ਉਹ? ਨਹੀਂ, ਹਾਈ ਕਮਿਸ਼ਨ ਨੇ, ਕੈਨੇਡਾ ਗਵਰਨਮੈਂਟ ਨੇ, CIC ਨੇ ਇਹ ਡਿਕਲੇਅਰ ਕੀਤਾ ਹੈ ਕਿ ਜਿਹੜਾ ਵੀ ਸਟੂਡੈਂਟ AIP ਅਪਲਾਈ ਕਰੇਗਾ ਉਹਨੂੰ AIP ਅਪਰੂਵਡ ਹੋਏਗਾ। AIP ਅਪਰੂਵਡ ਹੋਣ ਤੋਂ ਬਾਅਦ ਬੱਚਾ ਜਿਹੜਾ ਕਲਾਸਿਸ ਹੈ ਆਨਲਾਈਨ ਇੰਡੀਆ ਬੈਠ ਕੇ ਲਗਾਏਗਾ। ਜਦੋਂ ਵੀ VFS ਓਪਨ ਹੁੰਦੇ ਹੈ, ਉਹ VFS ਓਪਨ ਹੋਣ ਤੋਂ ਬੱਚਾ ਆਪਣਾ ਬਾਇਓਮੈਟ੍ਰਿਕਸ ਤੇ ਮੈਡੀਕਲ ਆਪਣਾ ਕਰਵਾਏਗਾ ਤੇ ਆਪਣਾ ਵੀਜ਼ਾ ਸਟੈਂਪ ਕਰਕੇ ਟਰੈਵਲ ਕਰ ਸਕਦਾ ਹੈ। ਔਰ ਜਿਹੜੇ ਬੱਚੇ ਨੂੰ AIP ਮਿਲ ਜਾਏਗਾ, ਉਹ ਸਤੰਬਰ ਇਨਟੇਕ ਦਾ ਸਟੂਡੈਂਟ ਇੰਡੀਆ ਬੈਠ ਕੇ ਆਪਣੀ ਕਲਾਸਿਸ 50% ਲਗਾ ਸਕਦਾ ਹੈ। ਜਦੋਂ 50% ਕਲਾਸਿਸ ਲਗਾਏਗਾ, ਉਸ ਦੇ ਬਿਹਾਫ ਤੇ ਉਹ ਟਰੈਵਲ ਕਰ ਸਕਦਾ ਹੈ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਕਿ AIP ਵਾਲੀ ਫਸਟ ਸਟੇਜ ਹੋਗੀ, ਕਿ ਫਸਟ ਸਟੇਜ ਦੇ ਵਿੱਚ ਉਹਨੂੰ ਬੱਚੇ ਨੂੰ AIP ਮਿਲ ਜਾਏਗਾ, ਤੇ ਜਦੋਂ ਸੈਕਿੰਡ ਸਟੇਜ ਆਏਗੀ, ਜਦੋਂ VFS ਖੁੱਲ ਜਾਏਗਾ, ਤਾਂ ਜਦੋਂ ਉਹਨਾਂ ਨੇ ਆਪਣੇ ਬਾਇਓਮੈਟ੍ਰਿਕ ਕਰਾਣੇ ਆ ਜਾਂ ਮੈਡੀਕਲ ਵੀ ਉਹਨਾਂ ਨੂੰ ਦੁਬਾਰਾ ਕਰਾਉਣਾ ਪਏਗਾ? ਨਹੀਂ, ਦੇਖੋ ਜਿਹੜਾ ਮੈਡੀਕਲ ਹੈ, ਕਈ ਸਟੂਡੈਂਟਸ ਨੇ ਆਲਰੇਡੀ ਮੈਡੀਕਲ ਕਰਾਇਆ ਹੋਇਆ। ਮੈਡੀਕਲ ਦੀ ਵੈਲਿਡਿਟੀ 1 ਸਾਲ ਦੀ ਆ, ਉਹ ਉੱਦਾਂ ਹੀ ਰਹੇਗੀ। ਹੁਣ ਉਹਦੇ ਵਿੱਚ ਇੱਕ ਟੈਸਟ ਜਿਹੜਾ ਕਰੋਨਾ ਦਾ ਟੈਸਟ ਹੈ, ਉਹ ਬੱਚਿਆਂ ਨੂੰ ਕਰਾਉਣਾ ਪਏਗਾ। ਇੱਕ, ਕਿਉਂਕਿ ਅੱਜ ਕੱਲ੍ਹ ਮੈਡੀਕਲ ਬਹੁਤ ਜਗ੍ਹਾ ਨਹੀਂ ਹੋ ਰਹੇ, ਸੈਕਿੰਡ ਬਾਇਓਮੈਟ੍ਰਿਕਸ ਨਹੀਂ ਹੋ ਰਹੇ। ਤਾਂ ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਸੀ ਜਿਨ੍ਹਾਂ ਦੀ ਫਾਈਲਾਂ ਹਾਈ ਕਮਿਸ਼ਨ ਦੇ ਵਿੱਚ ਸਬਮਿਟ ਸੀ, ਡਿਊ ਟੂ ਬਾਇਓਮੈਟ੍ਰਿਕਸ ਕਰਕੇ ਹਾਈ ਕਮਿਸ਼ਨ ਰਿਜ਼ਲਟ ਨਹੀਂ ਦੇ ਰਿਹਾ ਸੀ। ਪਹਿਲਾਂ ਪ੍ਰੋਸੀਜਰ ਇਹ ਹੁੰਦਾ, ਜਦ ਤੱਕ ਬੱਚੇ ਦੇ ਬਾਇਓਮੈਟ੍ਰਿਕਸ ਨਹੀਂ ਹੁੰਦੇ ਸੀ, ਹਾਈ ਕਮਿਸ਼ਨ ਨੂੰ ਵੀਜ਼ਾ ਨਹੀਂ ਗ੍ਰਾਂਟ ਕਰਦਾ ਸੀ। ਹੁਣ ਹਾਈ ਕਮਿਸ਼ਨ ਨੂੰ ਪਤਾ ਕਿ VFS ਹਾਲੇ ਤੱਕ ਓਪਨ ਨਹੀਂ ਕਰ ਪਾ ਰਹੀ, ਤਾਂ ਹਾਈ ਕਮਿਸ਼ਨ ਨੇ VFS ਵਾਲਾ ਜਿਹੜਾ ਪਾਰਟ ਹੈ ਪਲੱਸ ਜਿਹੜਾ ਮੈਡੀਕਲ ਵਾਲਾ ਪਾਰਟ ਆ, ਉਹਨੂੰ ਸਾਈਡ ਤੇ ਕਰਕੇ ਉਹਨਾਂ ਨੇ ਬੱਚਿਆਂ ਨੂੰ ਅਪਰੂਵਲ ਦੇਣੀ ਸ਼ੁਰੂ ਕਰ ਦੇਣੀ ਹੈ। ਜਦੋਂ ਹੀ VFS ਖੁੱਲ੍ਹੇਗਾ, ਬੱਚਾ ਆਪਣਾ ਮੈਡੀਕਲ ਕਰਾਏਗਾ, ਅਗਰ ਉਹਨਾਂ ਵਿੱਚ ਕਰੋਨਾ ਟੈਸਟ ਕਰਾਉਣਾ ਪਿਆ ਉਹ ਕਰਵਾਏਗਾ, ਤੇ ਉਸ ਤੋਂ ਬਾਇਓਮੈਟ੍ਰਿਕਸ ਕਰਾ ਕੇ ਆਪਣੀ ਪਾਸਪੋਰਟ ਦੀ ਸਟੈਂਪਿੰਗ ਕਰਵਾਏਗਾ। ਤੇ ਇੱਕ ਹੋਰ ਇੱਥੇ ਸਵਾਲ ਹੈ ਕਿ ਖੁਦਾ ਨਾ ਖਾਸਤਾ ਜੇ ਕਿਸੇ ਨੂੰ ਮੈਡੀਕਲ ਕਰਵਾਉਣ ਵੇਲੇ ਕਰੋਨਾ ਦਾ ਟੈਸਟ ਕਰਾਉਂਦਾ ਤਾਂ ਕਰੋਨਾ ਪੋਜ਼ਿਟਿਵ ਹੋ ਜਾਂਦਾ, ਕਿ ਉਹ ਹਮੇਸ਼ਾ ਲਈ ਇੰਡੀਆ ਹੀ ਰਹਿ ਜਾਏਗਾ? ਨਹੀਂ, ਦੇਖੋ ਜਿਹੜਾ ਬੰਦਾ ਕਰੋਨਾ ਟੈਸਟ ਪੋਜ਼ਿਟਿਵ ਹੋਏਗਾ, ਉਹਨੂੰ ਉਹ ਵੀਜ਼ਾ ਸਟੈਂਪਿੰਗ ਨਹੀਂ ਦੇਣਗੇ। ਜਦੋਂ ਉਹਦਾ ਕਰੋਨਾ ਟੈਸਟ ਪੋਜ਼ਿਟਿਵ ਹਟ ਕੇ ਨੈਗੇਟਿਵ ਵਾਲਾ ਆ ਜਾਏਗਾ, ਫਿਰ ਹੀ ਉਹਨੂੰ ਵੀਜ਼ਾ ਸਟੈਂਪ ਹੋਏਗਾ। ਤਾਂ ਉਹਦੇ ਵਿੱਚ ਹਾਈ ਕਮਿਸ਼ਨ ਨੇ 3 ਚੀਜ਼ਾਂ ਕੀਤੀਆਂ ਕਿ AIP ਮਿਲਣ ਤੋਂ ਬਾਅਦ ਵੀ ਤੁਹਾਡੇ 3 ਚੀਜ਼ਾਂ ਤੁਹਾਡੇ ਕੋਲ ਹੋਣੀ ਚਾਹੀਦੀ। ਇੱਕ, ਤੁਹਾਡਾ ਮੈਡੀਕਲ ਕਲੀਅਰ ਹੋਣਾ ਚਾਹੀਦਾ। ਸੈਕਿੰਡ, ਤੁਹਾਡੇ ਬਾਇਓਮੈਟ੍ਰਿਕਸ ਹੋਣੇ ਚਾਹੀਦੇ ਹੈ। ਥਰਡ, ਤੁਹਾਡੀ PCC, ਕਿ ਬੱਚੇ ਉੱਤੇ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਪਿਆ। ਅਗਰ 3 ਚੀਜ਼ਾਂ ਕਲੀਅਰ ਹੋਣਗੀਆਂ ਤਾਂ ਹੀ ਉਸ ਬੱਚੇ ਨੂੰ ਟਰੈਵਲ ਕਰਨ ਦੀ ਪਰਮਿਸ਼ਨ ਮਿਲੇਗੀ। ਅਗਰ ਇਹਨਾਂ ਵਿੱਚੋਂ ਕੋਈ ਵੀ ਇੱਕ ਚੀਜ਼ ਨਹੀਂ ਹੋਏਗੀ ਤਾਂ ਬੱਚਾ ਟਰੈਵਲ ਨਹੀਂ ਕਰ ਸਕਦਾ। ਇੱਥੇ ਕੁਝ ਏਜੰਟਾਂ ਨੇ ਫਿਰ ਇਸ ਨੂੰ ਘੁਮਾ ਫਿਰਾ ਕੇ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਪਹਿਲਾਂ ਹੀ ਕੈਨੇਡਾ ਦਾ ਵਿਦਆਊਟ ਆਈਲੈਟਸ ਦਾ ਕਾਫੀ ਏਜੰਟ ਦਾਅਵਾ ਕਰਦੇ ਨੇ ਕਿ ਅਸੀਂ ਤੁਹਾਨੂੰ ਬਿਨਾਂ ਆਈਲੈਟਸ ਤੋਂ ਕੈਨੇਡਾ ਭੇਜਾਂਗੇ, ਤੇ ਹੁਣ ਜੋ AIP ਵਾਲੀਆਂ ਪਾਲਿਸੀ ਆਈ ਹੈ, ਕੈਨੇਡਾ ਐਮਬੈਸੀ ਨੇ ਕੱਢੀ ਹੈ, ਇਸ ਦੇ ਵਿੱਚ ਵੀ ਕਾਫੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਹੁਣ ਬਿਨਾਂ ਆਈਲੈਟਸ ਤੋਂ ਹੀ ਅਸੀਂ AIP ਦਵਾਵਾਂਗੇ। ਦੇਖੋ, AIP ਜਿਹੜਾ ਹੈਗਾ ਉਹ ਹਾਈ ਕਮਿਸ਼ਨ ਨੇ ਗ੍ਰਾਂਟ ਕਰਨਾ ਹੈ, ਮੇਰੇ ਔਰ ਕਿਸੇ ਹੋਰ ਕੰਸਲਟੈਂਟ ਨੇ ਗ੍ਰਾਂਟ ਨਹੀਂ ਕਰਨਾ। ਉਹਦੇ ਵਿੱਚ ਬੇਸਿਕਲੀ ਕੀ ਹੈ, ਤੁਸੀਂ ਕੈਨੇਡਾ ਹਾਈ ਕਮਿਸ਼ਨ ਦੀ ਵੈਬਸਾਈਟ ਖੋਲ੍ਹ ਕੇ cic.gc.ca ਖੋਲ੍ਹ ਕੇ ਚੈੱਕ ਕਰ ਸਕਦੇ ਹੋ। ਉਹਨਾਂ ਨੇ ਸਾਰਾ ਕੁਝ ਉਸ ਤਰ੍ਹਾਂ ਰੱਖਿਆ ਹੈ। ਬੱਚਾ ਆਪਣੀ LOA ਲੈਟਰ ਯਾਨੀ ਲੈਟਰ ਆਫ ਅਸੈਪਟੈਂਸ, ਬੱਚੇ ਦੀ ਆਫਰ ਲੈਟਰ ਆਉਂਦਾ, ਬੱਚਾ ਰਿਸਿਪਟ ਪੇ ਕਰਦਾ ਹੈ, ਉਹਨੂੰ LOA ਲੈਟਰ ਕਹਿਤਾ। ਬੱਚੇ ਦੇ ਫਾਈਨੈਂਸ਼ੀਅਲ ਵੀ, ਚਾਹੇ ਉਹ GIC ਪੇ ਕਰ ਰਿਹਾ, ਚਾਹੇ ਆਪਣੇ ਫੰਡਸ ਦਿਖਾ ਰਿਹਾ, ਬੱਚੇ ਦਾ ਆਈਲੈਟ ਸਕੋਰ, ਇਹ ਸਾਰੀ ਚੀਜ਼ਾਂ ਜਦੋਂ ਹਾਈ ਕਮਿਸ਼ਨ ਨੂੰ ਸਬਮਿਟ ਕਰਾਂਗੇ, ਉਸ ਤੋਂ ਬਾਅਦ AIP ਮਿਲੇਗਾ। ਸੈਕਿੰਡ ਪਾਰਟ ਦੇ ਵਿੱਚ ਬਾਇਓਮੈਟ੍ਰਿਕਸ ਹੈ, ਮੈਡੀਕਲ ਹੈ, PCC ਹੈ। ਹੁਣ ਇਹਨਾਂ ਦੋਨਾਂ ਪਾਰਟ ਕਿਤੇ ਵੀ ਸੈਕਿੰਡ ਪਾਰਟ ਦੇ ਵਿੱਚ ਇਹ ਨਹੀਂ ਲਿਖਿਆ ਕਿ ਤੁਸੀਂ ਆਈਲੈਟਸ ਬਾਅਦ ਦੇ ਸਕਦੇ ਹੋ।
ਤਾਂ ਇਟ ਮੀਨਸ ਕਲੀਅਰ ਹੋ ਰਹੀ ਹੈ ਗੱਲ ਕਿ ਜਿਹੜਾ ਆਈਲੈਟਸ ਦਾ ਪਾਰਟ ਆਫ ਫਸਟ ਸਟੇਜ 'ਤੇ ਤੁਹਾਨੂੰ ਦੇਣਾ ਪਏਗਾ। ਤੁਸੀਂ ਫਸਟ ਸਟੇਜ 'ਤੇ ਆਪਣਾ ਆਈਲੈਟਸ ਔਰ ਐਕੈਡੈਮਿਕ ਔਰ ਐਲਓਏ ਲੈਟਰ ਔਰ ਸਾਰੇ ਫਾਈਨੈਂਸ਼ੀਅਲ ਡਾਕੂਮੈਂਟ ਸਬਮਿਟ ਕਰੋਗੇ। ਹਾਈ ਕਮਿਸ਼ਨ ਉਹਦੇ ਉੱਤੇ ਵਰਕਿੰਗ ਕਰਕੇ ਯੈਸ ਔਰ ਨੋ ਦੇਗੀ, ਜਾਂ ਤਾਂ AIP ਦੇਗੀ ਜਾਂ AIP ਨਹੀਂ ਦੇਗੀ। ਕੀ AIP ਮਿਲਣ ਤੋਂ ਬਾਅਦ 100% ਬੰਦਾ ਕੈਨੇਡਾ ਜਾ ਸਕਦਾ? ਦੇਖੋ, ਜਿਹੜੇ ਬੱਚੇ ਦਾ AIP ਮਿਲੇਗਾ ਔਰ ਜਿਹੜਾ ਆਪਣੀ ਐਂਡਲੀਆਂ 3 ਕੰਡੀਸ਼ਨਾਂ ਫੁੱਲਫਿਲ ਕਰੇਗਾ, ਬਾਇਓਮੈਟ੍ਰਿਕਸ, ਮੈਡੀਕਲ ਔਰ PCC, ਉਹ 100% ਕੈਨੇਡਾ ਜਾਏਗਾ। ਜੇ ਕਿਸੇ ਨੂੰ ਸੈਕਿੰਡ ਸਟੇਜ ਦੀਆਂ ਜਿਹੜੀਆਂ 3 ਤੁਸੀਂ ਕੰਡੀਸ਼ਨਸ ਦੱਸੀਆਂ ਨੇ, ਮੈਡੀਕਲ, PCC ਤੇ ਇੱਕ ਬਾਇਓਮੈਟ੍ਰਿਕਸ, ਜੇ ਇਹਨਾਂ ਚੋਂ ਕੋਈ ਵੀ ਇੱਕ ਕੰਡੀਸ਼ਨ ਨਹੀਂ ਕਲੀਅਰ ਹੁੰਦੀ ਤਾਂ ਬੱਚਾ ਨਹੀਂ ਬਾਹਰ ਜਾਏਗਾ? ਨਹੀਂ, ਬਿਲਕੁਲ ਉਹ ਬੱਚਾ ਨਹੀਂ ਬਾਹਰ ਜਾਏਗਾ, ਕਿਉਂਕਿ ਇਹ 3 ਕੰਡੀਸ਼ਨ ਦੇ ਬਿਹਾਫ ਤੇ ਹੀ ਤੁਹਾਡਾ ਪਾਸਪੋਰਟ ਤੇ ਸਟੈਂਪਿੰਗ ਹੋਣੀ ਹੈ। ਤੇ ਤੁਸੀਂ ਸਾਰੀ ਇਹਨਾਂ ਪਾਲਿਸੀ ਨੂੰ ਐਨਾਲਾਈਜ਼ ਕੀਤਾ ਹੋਣਾ, ਤੁਹਾਡੇ ਮੁਤਾਬਕ ਇਹ ਬੱਚਿਆਂ ਵਾਸਤੇ ਫਾਇਦੇਮੰਦ ਹੈ ਜਾਂ ਨਹੀਂ? ਦੇਖੋ, ਇਹ ਉਹਨਾਂ ਸਾਰੇ ਬੱਚਿਆਂ ਲਈ ਫਾਇਦੇਮੰਦ ਹੈ ਜਿਹੜੇ ਪੜ੍ਹਨ ਲਈ ਜਾ ਰਹੇ ਹਨ, ਕਿਉਂਕਿ ਇੱਕ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਬੱਚਾ ਕੈਨੇਡਾ ਜਾ ਰਿਹਾ ਹੈ, ਜਿਹੜੀ ਤੁਸੀਂ ਇੱਥੇ ਗੱਲ ਕੀਤੀ ਉਹਨਾਂ ਵਾਸਤੇ ਫਾਇਦੇਮੰਦ ਹੈ ਜਿਹੜੇ ਪੜ੍ਹਨ ਵਾਸਤੇ ਜਾਂਦੇ ਆ। ਇਹ ਪਰ ਗੱਲ ਆਪਾਂ ਨੂੰ ਵੀ ਪਤਾ ਕਿ ਬੱਚਿਆਂ ਦਾ ਮੇਨ ਮੋਟਿਵ ਉੱਥੇ ਜਾ ਕੇ ਪੜ੍ਹਨਾ ਨਹੀਂ ਹੁੰਦਾ, ਉੱਥੇ ਜਾ ਕੇ ਕੰਮ ਕਰਨਾ ਹੁੰਦਾ, ਡਾਲਰ ਕਮਾਉਣਾ। ਦੇਖੋ, ਉਹ ਗੱਲ ਬਿਲਕੁਲ ਸਹੀ ਹੈ, ਪਰ ਦੇਖੋ ਇੱਕ ਜਿਹੜਾ ਬੱਚਾ ਬਾਹਰ ਕੈਨੇਡਾ ਪੜ੍ਹਨ ਵਾਸਤੇ ਜਾ ਰਿਹਾ, ਉਹਦਾ ਫਸਟ ਕੰਮ ਵੀ ਹੈਗਾ, ਪੜ੍ਹਾਈ ਵੀ ਹੈ। ਉਹ ਜਿਹੜਾ ਬੱਚਾ ਪੜ੍ਹਨ ਵਾਸਤੇ ਜਾ ਰਿਹਾ ਉਹਨੇ ਪੜ੍ਹਨਾ ਵੀ ਹੈ। ਹੁਣ ਅਗਰ ਆਪਾਂ ਗੱਲ ਕਰੀਏ ਜਿਹੜੇ ਸਟੂਡੈਂਟ ਨੇ ਸਰਕਾਰੀ ਕਾਲਜ ਦੇ ਵਿੱਚ, ਜਿਹੜੇ ਸਟੂਡੈਂਟ ਨੇ ਪੋਸਟ ਸਟੱਡੀ ਵਰਕ ਪਰਮਿਟ ਵਾਲੇ ਕਾਲਜ ਵਿੱਚ ਅਪਲਾਈ ਕੀਤਾ, ਉਹਦਾ ਕੁਛ ਨਾ ਕੁਛ % ਰੇਸ਼ੋ ਪੜ੍ਹਨ ਦੀ ਵੀ ਹੈ, ਕੁਛ ਕੰਮ ਕਰਨ ਦੀ ਵੀ ਹੈ। ਅਗਰ ਬੱਚਾ ਇੰਡੀਆ ਬੈਠ ਕੇ ਆਪਣੀ ਆਨਲਾਈਨ ਕਲਾਸਿਸ ਲਗਾ ਰਿਹਾ ਹੈ ਔਰ 6 ਮਹੀਨੇ ਬਾਅਦ, ਜਦੋਂ ਇਹ ਨਹੀਂ ਕਿ 6 ਮਹੀਨੇ ਬਾਅਦ ਹੀ ਉਹ ਜਾ ਸਕਦਾ ਹੈ, ਅਗਰ ਮੰਨ ਲਓ ਬੱਚੇ ਨੇ ਸਤੰਬਰ ਇਨਟੇਕ ਦੀ ਆਨਲਾਈਨ ਕਲਾਸਾਂ ਲਗਾਤੀਆਂ, ਇਸ ਦੌਰਾਨ VFS ਖੁੱਲ ਗਿਆ, ਬੱਚੇ ਨੇ ਆਪਣੇ ਬਾਇਓਮੈਟ੍ਰਿਕਸ ਕਰਾ ਕੇ ਵੀਜ਼ਾ ਸਟੈਂਪ ਕਰਵਾ ਲਿਆ, ਉਹ ਟਰੈਵਲ ਕਰ ਸਕਦਾ ਹੈ। ਇਹ ਕਿਤੇ ਇਹ ਨਹੀਂ ਲਿਖਿਆ ਹੋਇਆ ਕਿ ਬੱਚੇ ਨੂੰ 6 ਮਹੀਨੇ, ਅਗਰ ਉਹਨੇ ਆਨਲਾਈਨ ਲੈਣਾ 6 ਮਹੀਨੇ ਇੰਡੀਆ ਹੀ ਪੜ੍ਹਨਾ ਪਏਗਾ। ਤਾਂ ਜਿਹੜੇ ਬੱਚੇ ਅੱਜ ਦੀ ਡੇਟ ਵਿੱਚ ਸਤੰਬਰ ਇਨਟੇਕ ਲਈ ਜਾਣਾ ਚਾਹੁੰਦੇ ਆ, ਉਹਨਾਂ ਲਈ ਇਹ ਸਹੀ ਆਪਸ਼ਨ ਹੈ, ਕਿਉਂਕਿ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੇ ਮਈ ਇਨਟੇਕ ਦੇ ਵੀਜ਼ੇ ਲੈ ਕੇ ਬੈਠੇ ਔਰ ਉਹਨੂੰ ਡੈਫਰ ਕਰ ਲਿਆ ਸਤੰਬਰ ਵਾਸਤੇ, ਉਹਨਾਂ ਦੇ ਪਾਸਪੋਰਟ ਤੇ ਵੀਜ਼ੇ ਸਟੈਂਪ ਹੈ ਪਰ ਉਹ ਟਰੈਵਲ ਨਹੀਂ ਕਰ ਪਾ ਰਹੇ। ਅੱਜ ਸਾਡੇ ਕੋਲ ਉਹ ਸਾਰੇ ਬੱਚੇ ਆਨਲਾਈਨ ਕਲਾਸਿਸ ਲਈ ਉੱਤੇ ਆ ਗਏ, ਸਾਨੂੰ ਆਨਲਾਈਨ ਦੇ ਦਿਓ, ਕਿਉਂਕਿ ਅਲਟੀਮੇਟ ਆਨਲਾਈਨ ਕਲਾਸਿਸ ਲੈਣ ਨਾ ਉਹਨਾਂ ਨੂੰ ਇਹ ਤਾਂ ਹੋਪ ਹੈ ਨਾ ਕਿ ਬੱਚਾ ਟਰੈਵਲ ਕਰੇਗਾ। ਅਗਰ ਬੱਚਾ ਆਨਲਾਈਨ ਵੀ ਨਾ ਲਵੇ, ਐਮਬੈਸੀ VFS ਵੀ ਨਾ ਖੋਲ੍ਹਣ, ਬੱਚਾ ਇਹ ਫਲਾਈਟ ਨਾ ਟਰੈਵਲ ਹੋਵੇ ਸਟਾਰਟ, ਤਾਂ ਬੱਚਾ ਤਾਂ ਪੂਰਾ ਸਾਲ ਇੱਥੇ ਇੰਡੀਆ 'ਚ ਹੀ ਰਹਿ ਜਾਏਗਾ। ਜੇਕਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਆਨਲਾਈਨ ਬੱਚੇ ਨੇ ਕਲਾਸਾਂ ਸਟਾਰਟ ਕਰ ਲਈਆਂ, ਸਪੋਜ਼ ਕਰੋ ਕਿ 20 ਸਤੰਬਰ ਨੂੰ ਆਨਲਾਈਨ ਕਲਾਸਾਂ ਉਹਨਾਂ ਦੀਆਂ ਬੱਚੇ ਦੀਆਂ ਸ਼ੁਰੂ ਹੋ ਗਈਆਂ ਤੇ 22 ਸਤੰਬਰ ਨੂੰ ਐਮਬੈਸੀ VFS ਖੋਲ੍ਹ ਦਿੰਦੀ ਹੈ, ਤਾਂ ਬੱਚਾ ਨਾਲੋਂ ਨਾਲ ਜਾ ਸਕਦਾ, ਉਹਨੂੰ 6 ਮਹੀਨੇ ਇੱਥੇ ਤਾਂ ਹੀ ਨਹੀਂ ਰਹਿਣਾ ਪੈ ਜਾਏਗਾ? ਇਸ ਤਰ੍ਹਾਂ ਕੁਝ ਨਹੀਂ ਹੈ। ਉਹਨਾਂ ਨੇ ਇਹ ਕਿਹਾ ਅਗਰ ਜਦ ਤੱਕ VFS ਨਹੀਂ ਖੁੱਲ੍ਹਦਾ, ਬਾਇਓਮੈਟ੍ਰਿਕਸ ਨਹੀਂ ਹੁੰਦੇ, ਤੁਸੀਂ ਆਨਲਾਈਨ ਕਲਾਸਾਂ ਲੈ ਸਕਦੇ ਹੋ। ਆਨਲਾਈਨ ਕਲਾਸਾਂ ਲੱਗ ਗਈਆਂ, ਕਿਤੇ ਵੀ CIC ਦੀ ਵੈਬਸਾਈਟ ਤੇ ਇਹ ਚੀਜ਼ ਮੈਂਸ਼ਨ ਨਹੀਂ ਕਿ 6 ਮਹੀਨੇ ਨੂੰ ਇੰਡੀਆ ਹੀ ਪੜ੍ਹਨਾ ਪਿਆ। ਉਹਨਾਂ ਨੇ ਇਹ ਕਿਹਾ 50% ਸਟੱਡੀ ਤੁਸੀਂ ਇੰਡੀਆ ਵਿੱਚ ਕਰ ਸਕਦੇ ਹੋ। ਤੇ ਇਸ ਦਾ ਕੋਈ ਬੈਨੀਫਿਟ ਵੀ ਜਾ ਕੇ ਉੱਥੇ ਮਿਲੇਗਾ ਕਿ ਨਹੀਂ? ਜਿਸ ਤਰ੍ਹਾਂ ਕੁਝ ਟਾਈਮ ਪੀਰੀਅਡ ਮਿਲਦਾ ਉਹਨਾਂ ਨੂੰ ਆਪਣੀ ਪੜ੍ਹਾਈ ਤੋਂ ਬਾਅਦ ਕੰਮ ਕਰਨ ਦਾ, ਤੇ ਹੁਣ ਜੇ ਇੱਥੇ ਹੀ ਜਿੰਨਾ ਟਾਈਮ ਪੀਰੀਅਡ ਇੱਥੇ ਹੀ ਰਹਿ ਜਾਣਗੇ, ਉਹ ਆਪਣੀ ਆਨਲਾਈਨ ਸਟੱਡੀ ਕਰਨਗੇ, ਉਸ ਤੋਂ ਬਾਅਦ ਬਾਹਰ ਜਾਣਗੇ, ਕੋਈ ਉਹਦਾ ਬੈਨੀਫਿਟ ਵੀ ਮਿਲੇਗਾ ਉਹਨਾਂ ਨੂੰ? ਦੇਖੋ, ਪਹਿਲਾਂ ਕੀ ਹੁੰਦਾ ਸੀਗਾ, ਕਰੋਨਾ ਵਾਇਰਸ ਦੇ ਇੱਕ ਮਹਾਕਾਲ ਤੋਂ ਪਹਿਲਾਂ ਕੀ ਹੁੰਦਾ ਸੀਗਾ, ਜਿਹੜਾ ਬੱਚਾ ਵੀਜ਼ਾ ਲੱਗਦਾ ਸੀ ਜਦ ਤੱਕ ਕੈਨੇਡਾ ਨਹੀਂ ਪਹੁੰਚਦਾ ਉਹਦੀ ਸਟੱਡੀ ਕੰਸੀਡਰ ਨਹੀਂ ਹੁੰਦੀ ਸੀ। ਹੁਣ ਹਾਈ ਕਮਿਸ਼ਨ ਨੇ ਕੀ ਕਿਹਾ ਹੈ, ਤੁਸੀਂ 50% ਸਟੱਡੀ ਇੰਡੀਆ ਕਰ ਲਓ ਅਗਰ ਤੁਸੀਂ ਕਰਨਾ ਚਾਹੁੰਦੇ ਹੋ। ਉਸ 50% ਸਟੱਡੀ ਤੱਕ ਤੁਸੀਂ ਕਰ ਸਕਦੇ। 50% ਸਟੱਡੀ ਕਰਨ ਤੋਂ ਬਾਅਦ ਤੁਸੀਂ ਜਦੋਂ ਕੈਨੇਡਾ ਪਹੁੰਚ ਜਾਓਗੇ, ਤੁਸੀਂ ਬੈਲੈਂਸ ਦੀ 50% ਸਟੱਡੀ ਕਰੋ ਤੇ ਆਪਣਾ ਪੋਸਟ ਸਟੱਡੀ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਪਰ ਇੱਥੇ ਬੱਚਿਆਂ ਨਾਲ ਥੋੜ੍ਹਾ ਜਿਹਾ ਵਿਤਕਰਾ ਨਹੀਂ ਹੋ ਜਾਏਗਾ ਕਿ ਇੰਨੇ ਪੈਸੇ ਲਾ ਕੇ ਉਹ ਫਿਰ ਧਰੇ ਦੇ ਧਰੇ ਇੱਥੇ ਹੀ ਰਹਿ ਜਾਣਗੇ? ਦੇਖੋ, ਜਿਹੜੇ ਬੱਚਿਆਂ ਨੇ ਕੈਨੇਡਾ ਜਾਣਾ ਹੈ, ਜਿਹੜੇ ਬੱਚਿਆਂ ਨੇ ਕੈਨੇਡਾ ਜਾਣ ਦਾ ਸੁਪਨਾ ਹੈ, ਅੱਜ ਉਹਨਾਂ ਬੱਚਿਆਂ ਲਈ ਇਹ ਇੱਕ ਪਲੱਸ ਪੁਆਇੰਟ ਹੀ ਹੈ ਕਿ ਉਹ ਇੰਡੀਆ ਬੈਠ ਕੇ, ਗਵਰਨਮੈਂਟ ਉਹਨਾਂ ਨੂੰ ਕਹਿ ਰਹੀ ਕਿ ਤੁਸੀਂ ਇੰਡੀਆ ਬੈਠ ਕੇ ਆਪਣੀ ਆਨਲਾਈਨ ਕਲਾਸਾਂ ਲਗਾ ਲਓ, ਜਦੋਂ 에ਅਰਪੋਰਟ ਖੁੱਲ੍ਹੇਗਾ ਤੁਸੀਂ ਸਾਡੀ ਕੰਟਰੀ 'ਚ ਆ ਜਾਣਾ। ਇਹ ਤਾਂ ਨਹੀਂ ਹੈ ਨਾ ਕਿ ਬੱਚੇ ਨੇ ਫੀਸ ਪੇ ਕਰਤੀ ਹੈ, ਉਹ ਆਨਲਾਈਨ ਪੜ੍ਹਾਉਣ ਨੂੰ ਤਿਆਰ ਨਹੀਂ ਹੈ। ਬੱਚੇ ਦੇ ਲੱਖਾਂ ਰੁਪਏ ਕੈਨੇਡਾ ਕਾਲਜ ਵਿੱਚ ਫਸੇ ਹੋਏ ਆ ਤੇ ਉਹ ਟਰੈਵਲ ਨਹੀਂ ਕਰ ਪਾ ਰਿਹਾ। ਇੱਧਰੋਂ ਬੱਚੇ ਦੀ ਪੜ੍ਹਾਈ ਵੀ ਨਹੀਂ ਹੋ ਰਹੀ, ਉੱਧਰੋਂ ਪੈਸੇ ਫਸ ਗਏ। ਅੱਜ ਉਹ ਇਹ ਕਹਿ ਰਹੇ ਕਿ ਤੁਸੀਂ ਟਰੈਵਲ ਜਦੋਂ ਖੁੱਲ੍ਹੇਗਾ ਉਦੋਂ ਕਰ ਲੈਣਾ, ਫਿਲਹਾਲ ਦੀ ਘੜੀ ਅਗਰ ਤੁਸੀਂ ਆਨਲਾਈਨ ਕਲਾਸਾਂ ਲੈਣਾ ਚਾਹੁੰਦੇ ਹੋ, ਤੁਸੀਂ ਆਨਲਾਈਨ ਕਲਾਸਾਂ ਲਗਾ ਲਓ। ਸੈਕਿੰਡ, ਉਹਨਾਂ ਨੇ ਇਹ ਵੀ ਇੱਕ ਚੀਜ਼ ਅਪਡੇਟ ਕਰਤੀ ਜੋ ਬਹੁਤ ਵਧੀਆ ਕਿ ਉਹਨਾਂ ਨੇ ਕਿਹਾ ਜਦ ਤੱਕ VFS ਵੀ ਨਹੀਂ ਖੁੱਲ੍ਹਦੇ, ਉਹ ਵੀ ਉਹਨਾਂ ਨੇ ਸਾਈਟ 'ਤੇ ਕਰਤਾ ਕਿ ਤੁਸੀਂ ਬਾਇਓਮੈਟ੍ਰਿਕਸ ਨਹੀਂ ਹੋ ਰਹੇ ਕਿਉਂਕਿ VFS ਬੰਦ ਹੈ, ਤੁਹਾਡਾ ਮੈਡੀਕਲ ਨਹੀਂ ਹੋ ਪਾ ਰਿਹਾ, ਤੁਸੀਂ ਫਿਰ ਵੀ ਅਪਰੂਵਲ ਲੈ ਕੇ ਆਪਣੀ ਸਟੱਡੀ ਕਰ ਸਕਦੇ ਹੋ। ਤਾਂ ਕਿਤੇ ਨਾ ਕਿਤੇ ਉਹਨਾਂ ਦਾ ਪਾਰਟ ਇਹ ਕਲੀਅਰ ਹੈ ਕਿ ਉਹਨਾਂ ਨੇ ਬੱਚਿਆਂ ਨੂੰ ਬੁਲਾਉਣਾ ਹੀ ਹੈਗਾ। ਤੇ
ਕਿੰਨਾ ਕੁ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਿਦਿਆਰਥੀਆਂ ਦੇ ਵਿੱਚ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਮਾਰਚ ਦੇ ਵਿੱਚ ਲੋਕਡਾਊਨ ਲੱਗਿਆ ਸੀ, ਮਾਰਚ ਤੋਂ ਹੀ ਬੱਚੇ ਜਿਹੜੇ ਆ ਇੰਤਜ਼ਾਰ ਕਰ ਰਹੇ ਨੇ, ਕਿੰਨਾ ਕੁ ਹੁਣ ਉਤਸ਼ਾਹ ਦੇਖਣ ਨੂੰ ਮਿਲ ਰਿਹਾ? ਦੇਖੋ, ਜਿਹੜੇ ਸਟੂਡੈਂਟ ਸਾਡੇ ਕੋਲ ਮਈ ਇਨਟੇਕ ਦੇ ਵੀਜ਼ਾ ਲੈ ਚੁੱਕੇ ਸੀ, ਜਿਹੜੇ ਸਟੂਡੈਂਟ ਸਤੰਬਰ ਇਨਟੇਕ ਦੇ ਵੀਜ਼ਾ ਲੈ ਚੁੱਕੇ ਸੀ, ਅੱਜ ਉਹ ਬੱਚਾ ਆਨਲਾਈਨ ਕਲਾਸਿਸ ਨੂੰ ਪ੍ਰੈਫਰੈਂਸ ਦੇ ਰਿਹਾ ਹੈ। ਸੈਕਿੰਡ, ਜਿਹੜੇ ਬੱਚਿਆਂ ਦੀ ਫਾਈਲਾਂ ਹਾਈ ਕਮਿਸ਼ਨ ਦੇ ਵਿੱਚ ਸੀ, ਕਿਉਂਕਿ ਲੋਕਡਾਊਨ ਦੇ ਵਿੱਚ ਔਰ ਲੋਕਡਾਊਨ ਤੋਂ ਪਹਿਲਾਂ ਬਹੁਤ ਸਾਰੀ ਫਾਈਲਾਂ ਸਾਡੀਆਂ ਤੇ ਹੋਰ ਕੰਸਲਟੈਂਟ ਨੇ ਫਾਈਲਾਂ ਲਗਾਈਆਂ ਜਿਨ੍ਹਾਂ ਵਿੱਚ ਹਾਈ ਕਮਿਸ਼ਨ ਰਿਸਪੌਂਸ ਨਹੀਂ ਦੇ ਰਿਹਾ ਸੀਗਾ। ਵੀ ਪਹਿਲਾਂ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਰਿਸਪੌਂਸ ਦੇਣਾ ਸ਼ੁਰੂ ਕਰਤਾ, ਐਲਓ ਲੈਟਰ ਡੈਫਰ ਲੈਟਰ ਮੰਗਣ ਲੱਗੇ ਜਾਂ ਫਾਈਨੈਂਸ਼ੀਅਲ ਡਾਕੂਮੈਂਟ ਮੰਗਣ ਲੱਗੇ। ਅੱਜ ਹਾਈ ਕਮਿਸ਼ਨ ਨੇ ਉਹਨਾਂ ਫਾਈਲਾਂ ਨੂੰ ਵੀ ਚੱਕਣਾ ਸ਼ੁਰੂ ਕਰਤਾ। ਤਾਂ ਜਿਹੜੀ ਫਾਈਲਾਂ ਲੋਕਡਾਊਨ ਤੋਂ ਪਹਿਲਾਂ ਲੱਗੀਆਂ ਸੀ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਨਹੀਂ ਸੀ, ਕਿਉਂਕਿ ਉਹਨਾਂ ਸਟੂਡੈਂਟ ਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ ਕਿ ਮੇਰੇ ਬਾਇਓਮੈਟ੍ਰਿਕਸ ਹੋਏ ਨਹੀਂ, ਮੇਰੇ ਵਿਦਆਊਟ ਬਾਇਓਮੈਟ੍ਰਿਕਸ ਐਮਬੈਸੀ ਵੀਜ਼ਾ ਦੇ ਹੀ ਨਹੀਂ ਸਕਦੀ। ਜਾਂ ਇੱਥੇ ਇੱਕ ਹੋਰ ਸਵਾਲ ਹੈ ਹਨੀਸ਼ ਜੀ ਕਿ ਬਾਇਓਮੈਟ੍ਰਿਕ ਜਿਨ੍ਹਾਂ ਦੇ ਪੈਂਡਿੰਗ ਸੀਗੇ ਉਹਨਾਂ ਨੇ ਬਾਇਓਮੈਟ੍ਰਿਕ ਦੀ ਫੀਸ ਭਰੀ ਹੋਈ ਸੀ ਐਮਬੈਸੀ ਦੀ, ਹੁਣ AIP ਲਈ ਤਾਂ ਨਹੀਂ ਕੋਈ ਫੀਸ ਅਲੱਗ ਤੋਂ ਪੇ ਕਰਨੀ ਪਏਗੀ? ਤੇ ਜਿਹੜੀ ਦੂਜੀ ਸਟੇਜ ਆਏਗੀ ਜਦੋਂ VFS ਖੁੱਲਣਗੇ, ਬਾਇਓਮੈਟ੍ਰਿਕ ਖੁੱਲਣਗੇ, ਉਹਨਾਂ ਨੂੰ ਉਹ ਬਾਇਓਮੈਟ੍ਰਿਕ ਦੇ ਦੁਆਰਾ ਤਾਂ ਨਹੀਂ ਪੈਸੇ ਭਰਨੇ ਪੈਣਗੇ? ਨਹੀਂ, ਦੇਖੋ, ਜਿਹੜੇ ਸਟੂਡੈਂਟ ਸੀ ਬਾਇਓਮੈਟ੍ਰਿਕਸ, ਜਿਹੜੇ ਸਟੂਡੈਂਟ ਨੇ ਫਾਈਲ ਆਲਰੇਡੀ ਐਮਬੈਸੀ ਲਗਾਈ ਸੀ ਲੋਕਡਾਊਨ ਦੇ ਵਿੱਚ ਜਾਂ ਲੋਕਡਾਊਨ ਤੋਂ ਪਹਿਲਾਂ, ਉਹ ਜਿਨ੍ਹਾਂ ਫਾਈਲਾਂ ਦੇ ਵਿੱਚ ਹਾਈ ਕਮਿਸ਼ਨ ਨੇ ਰਿਜ਼ਲਟ ਨਹੀਂ ਦਿੱਤਾ ਸੀ, ਉਹ ਜਿਹੜੀ ਬਾਇਓਮੈਟ੍ਰਿਕਸ ਦੀ ਪੇਮੈਂਟ ਹੈ ਉਹ ਉਹਨਾਂ ਨੇ ਐਕਸਟੈਂਡ ਕੀਤੀ। ਉਹ ਆਟੋਮੈਟਿਕਲੀ ਬਾਇਓਮੈਟ੍ਰਿਕਸ ਜਿਹੜੇ ਐਕਸਟੈਂਡ ਹੁੰਦੇ ਪਏ ਹੈ। ਤਾਂ ਜਿਹੜੇ ਸਟੂਡੈਂਟ ਦੀ ਫਾਈਲ ਲੱਗੀ ਹੈ, ਇੱਕ ਤਾਂ ਹਾਈ ਕਮਿਸ਼ਨ ਉਹਨਾਂ ਨੂੰ ਰਿਸਪੌਂਸ ਦੇਗਾ ਹੁਣ, ਯਾਨੀ ਉਹਨਾਂ ਨੂੰ ਵੀਜ਼ਾ ਦੇਗਾ, AIP ਦੇਗਾ। ਸੈਕਿੰਡ, ਜਿਹੜੇ ਸਟੂਡੈਂਟ ਸੀ ਹੁਣ ਆਪਾਂ ਫਾਈਲ ਨਵੇਂ ਰੂਲ ਦੇ ਹਿਸਾਬ ਨਾਲ ਲਗਾ ਰਹੇ ਹਾਂ, ਉਹਨਾਂ ਵਿੱਚ ਬਾਇਓਮੈਟ੍ਰਿਕਸ ਦੀ ਪੇਮੈਂਟ ਡਿਡਕਟ ਨਹੀਂ ਹੋਏਗੀ। ਉਹ ਜਦੋਂ VFS ਖੁੱਲ੍ਹੇਗਾ, ਬੱਚਾ ਆਪਣੀ ਬਾਇਓਮੈਟ੍ਰਿਕਸ ਦੀ ਪੇਮੈਂਟ ਜਮ੍ਹਾਂ ਕਰਾਏਗਾ, ਆਪਣਾ ਮੈਡੀਕਲ ਸਬਮਿਟ ਕਰੇਗਾ ਤੇ ਉੱਥੇ ਜਾ ਕੇ ਬਾਇਓਮੈਟ੍ਰਿਕਸ ਕਰਾ ਕੇ ਆਪਣਾ ਵੀਜ਼ਾ ਸਟੈਂਪ ਕਰਾਏਗਾ। ਤਾਂ ਜਿਹੜੀ ਬਾਇਓਮੈਟ੍ਰਿਕਸ ਹੈ ਉਹ ਐਕਸਟੈਂਡ ਹੁੰਦੀ ਪਈ ਹੈ, ਨਾ ਕਿ ਕਿਸੇ ਦੇ ਪੈਸੇ ਖਰਾਬ ਹੋ ਰਹੇ ਹਨ। ਹਨੀਸ਼ ਜੀ, ਇੱਕ ਮੇਰਾ ਹੋਰ ਸਵਾਲ ਹੈ, ਜਿਸ ਤਰ੍ਹਾਂ ਕੈਨੇਡਾ ਨੇ ਹੁਣ ਇਹ ਸਾਰੇ ਪ੍ਰੋਸੈਸ ਨੂੰ 2 ਭਾਗਾਂ ਦੇ ਵਿੱਚ ਵੰਡ ਦਿੱਤਾ ਹੈ, ਤਾਂ ਇਹ ਹੁਣ ਹਮੇਸ਼ਾ ਲਈ ਇੱਦਾਂ ਰਹਿ ਜਾਏਗਾ ਕਿ ਕੁਝ ਟਾਈਮ ਪੀਰੀਅਡ ਲਈ ਹੈ? ਤੇ ਕਦੋਂ ਤੋਂ ਹੁਣ ਇਹ ਆਪਾਂ ਫਾਈਲਾਂ ਲਗਾ ਸਕਦੇ ਹਾਂ, ਤੇ ਕਿੰਨੀ ਤਰੀਕ ਤੱਕ ਸਤੰਬਰ ਇਨਟੇਕ ਵਾਸਤੇ ਇਹ ਫਾਈਲਾਂ ਆਪਾਂ ਲਗਾ ਸਕਦੇ ਹਾਂ? ਕੀ ਲਾਸਟ ਡੇਟ ਹੈ? ਦੇਖੋ, ਜਿਹੜੇ ਸਟੂਡੈਂਟਸ, ਇਹਨਾਂ ਨੇ ਬੇਸਿਕਲੀ ਹਾਈ ਕਮਿਸ਼ਨ ਨੇ ਜਿਹੜਾ ਇਹ ਸਿਸਟਮ 2 ਸਟੇਜ ਵਾਲਾ ਕੀਤਾ ਹੈ, 15 ਸਤੰਬਰ ਤੱਕ ਉਹਨਾਂ ਨੇ ਕਿਹਾ ਤੁਸੀਂ ਫਾਈਲ ਲਗਾ ਸਕਦੇ ਹੋ। ਯਾਨੀ ਇਹ ਜਿਹੜਾ ਪ੍ਰੋਸੀਜਰ ਹੈ AIP 15 ਸਤੰਬਰ ਤੱਕ ਦੀ ਫਾਈਲਾਂ ਤੇ ਐਪਲੀਕੇਬਲ ਹੋਏਗਾ। ਸੈਕਿੰਡ, ਜਿਹੜਾ ਬੱਚਾ ਵੀ ਸਤੰਬਰ ਇਨਟੇਕ ਦਾ ਪਹਿਲਾਂ ਵੀਜ਼ਾ ਅਪਲਾਈ ਕਰਦਾ ਸੀ, ਉਹਨਾਂ ਦੀ ਲਾਸਟ ਡੇਟ ਅਗਸਤ ਦੇ ਫਸਟ ਵੀਕ ਸੀਗੀ। ਹੁਣ ਹਾਈ ਕਮਿਸ਼ਨ ਨੇ ਉਹਨੂੰ ਵਧਾ ਕੇ 15 ਸਤੰਬਰ ਤੱਕ ਕਰਤਾ। ਯਾਨੀ ਸਤੰਬਰ ਇਨਟੇਕ ਦਾ ਜਿਹੜਾ ਬੱਚਾ ਵੀ ਹੈ ਉਹ 15 ਸਤੰਬਰ ਤੱਕ ਫਾਈਲ ਆਪਣੀ ਲਗਾ ਸਕਦਾ ਹੈ, ਔਰ ਜਿਹੜਾ ਜਨਵਰੀ ਇਨਟੇਕ ਦਾ ਬੱਚਾ ਉਹ ਵੀ ਆਪਣੀ 15 ਸਤੰਬਰ ਤੱਕ ਇਸ ਪ੍ਰੋਸੈਸ ਦੇ ਵਿੱਚ ਫਾਈਲ ਲਗਾ ਸਕਦਾ ਹੈ। ਤੇ ਇਹ ਪ੍ਰੋਸੈਸ ਦੀ ਮਤਲਬ ਕਿ ਕਿੰਨੀ ਦੇਰ ਤੱਕ ਇਹ ਐਮਬੈਸੀ ਨੇ ਚਲਾਇਆ, ਵੀ ਇੰਨੀ ਦੇਰ ਤੋਂ ਇੰਨੀ ਦੇਰ ਤੱਕ ਦਾ ਰਹੇਗਾ ਕਿ ਪਰਮਾਨੈਂਟਲੀ ਕਰ ਦਿਓ? ਇਹ ਆਲਰੇਡੀ ਐਪਲੀਕੇਬਲ ਅੱਜ ਤੋਂ ਹੋ ਚੁੱਕਾ। ਅੱਜ ਤੋਂ ਲੈ ਕੇ 15 ਸਤੰਬਰ ਤੱਕ ਹਾਈ ਕਮਿਸ਼ਨ ਨੇ ਡਿਕਲੇਅਰ ਕਰਤਾ ਕਿ ਤੁਸੀਂ ਇਸ ਤਰ੍ਹਾਂ ਹੀ 2 ਸਟੇਜ ਵਿੱਚ ਲਗਾਉਣਾ ਹੈ, ਔਰ ਅੱਗੇ ਐਕਸਟੈਂਡ ਵੀ ਕਰ ਸਕਦਾ, ਪਰ ਹਾਲੇ ਇਹਦੀ ਕੋਈ ਨੋਟੀਫਿਕੇਸ਼ਨ ਨਹੀਂ ਹੈ ਆਪਣੇ ਕੋਲ। ਤੇ ਆਖਰ ਵਿੱਚ ਤੁਸੀਂ ਹਨੀਸ਼ ਜੀ ਕੀ ਬੱਚਿਆਂ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੇ ਉਹਨਾਂ ਨੂੰ ਆਪਣਾ ਸੰਦੇਸ਼ ਦੇਣਾ ਚਾਹੋਗੇ? ਦੇਖੋ, ਜਿਹੜੇ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਆ, ਜਿਹੜੇ ਸਟੂਡੈਂਟ ਦਾ ਕੈਨੇਡਾ ਜਾਣ ਦਾ ਸੁਪਨਾ ਹੈ, ਅੱਜ ਉਹਨਾਂ ਕੋਲ ਇੱਕ ਬਹੁਤ ਅੱਛੀ ਆਪਸ਼ਨ ਹੈ, ਕਿਉਂਕਿ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਜਿਹੜੇ ਮਨ ਦੇ ਵਿੱਚ ਇਹ ਡਾਊਟ ਲਾ ਕੇ ਬੈਠੇ ਸੀ ਕਿ VFS ਨਹੀਂ ਖੁੱਲਿਆ, ਉਹ ਫਾਈਲ ਨਹੀਂ ਲੱਗਣੀ। ਹਾਈ ਕਮਿਸ਼ਨ ਨੇ 1 ਜੁਲਾਈ ਨੂੰ ਅਨਾਉਂਸ ਕਰਤਾ ਸੀਗਾ ਕਿ ਜਿਹੜਾ ਆਫਲਾਈਨ ਹੈ ਯਾਨੀ ਪੇਪਰ ਫਾਈਲਿੰਗ, ਉਹ 30 ਸਤੰਬਰ ਤੋਂ ਸਸਪੈਂਡਡ ਹੈ। ਉਸਦੇ ਬਿਹਾਫ ਤੇ ਬਹੁਤ ਸਾਰੇ ਸਟੂਡੈਂਟਸ ਨੇ ਆਪਣੀ ਫਾਈਲਾਂ ਲਗਾਉਣ ਤੋਂ ਰੋਕਤੀਆਂ, ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ VFS ਤਾਂ ਖੁੱਲਿਆ ਨਹੀਂ, ਬਾਇਓਮੈਟ੍ਰਿਕਸ ਤਾਂ ਹੋਏ ਨਹੀਂ, ਤਾਂ ਮੇਰੇ ਪੈਸੇ ਨਾ ਫਸ ਜਾਣ। ਅੱਜ ਉਹਨਾਂ ਸਟੂਡੈਂਟਸ ਲਈ ਬਹੁਤ ਵਧੀਆ ਹੈਗਾ ਮੈਸੇਜ ਕਿ ਅਗਰ ਅੱਜ ਤੁਸੀਂ ਵਿਦਆਊਟ ਬਾਇਓਮੈਟ੍ਰਿਕਸ, ਵਿਦਆਊਟ ਮੈਡੀਕਲ ਤੁਸੀਂ ਆਪਣੀ ਫਾਈਲ ਹਾਈ ਕਮਿਸ਼ਨ ਵਿੱਚ ਸਬਮਿਟ ਕਰ ਸਕਦੇ ਹੋ। ਹਾਈ ਕਮਿਸ਼ਨ ਤੁਹਾਨੂੰ ਅਪਰੂਵਲ ਦੇ ਦੇਗੀ, ਯਾਨੀ ਤੁਹਾਡਾ ਵੀਜ਼ਾ ਅਪਰੂਵਡ ਕਰ ਦੇਗੀ। ਅਪਰੂਵਡ ਕਰਨ ਤੋਂ ਬਾਅਦ ਤੁਸੀਂ ਆਨਲਾਈਨ ਕਲਾਸਾਂ ਲਗਾਓ ਇੰਡੀਆ ਦੇ ਵਿੱਚ। ਜਦੋਂ ਹੀ VFS ਖੁੱਲ੍ਹਦਾ ਹੈ, ਤੁਸੀਂ ਆਪਣੇ ਬਾਇਓਮੈਟ੍ਰਿਕਸ ਤੇ ਮੈਡੀਕਲ ਸਬਮਿਟ ਕਰਕੇ ਤੁਸੀਂ ਆਪਣੇ ਟਰੈਵਲ ਕਰ ਸਕਦੇ ਹੋ। ਸੈਕਿੰਡ, ਜਿਹੜੇ ਲੋਕ ਵਿਦਆਊਟ ਆਈਲੈਟਸ ਨੂੰ ਪ੍ਰਮੋਟ ਕਰ ਰਹੇ ਹੈ, ਉਹ ਜਾਂ ਜਿਹੜੇ ਵੀ ਸਟੂਡੈਂਟਸ ਇਸ ਨੂੰ ਫੋਲੋ ਕਰ ਰਹੇ ਹੈ, ਤੁਸੀਂ cic.gc.ca ਦੀ ਆਫੀਸ਼ੀਅਲ ਵੈਬਸਾਈਟ ਨੂੰ ਪੜ੍ਹੋ। ਉਸ ਵੈਬਸਾਈਟ ਦੇ ਲਿੰਕ ਦੇ ਉੱਤੇ ਤੁਸੀਂ ਪੜ੍ਹ ਕੇ ਦੇਖੋ, ਕਿਤੇ ਵੀ ਇਹ ਚੀਜ਼ ਮੈਂਸ਼ਨ ਨਹੀਂ ਕਿ ਹਾਈ ਕਮਿਸ਼ਨ ਨੇ ਵਿਦਆਊਟ ਆਈਲੈਟਸ ਵੀਜ਼ਾ ਦੇਗੀ, ਔਰ ਕਿਤੇ ਇਹ ਵੀ ਮੈਂਸ਼ਨ ਨਹੀਂ ਕਿ ਹਾਈ ਕਮਿਸ਼ਨ ਹਰ ਇੱਕ ਨੂੰ AIP ਦੇਗੀ। ਤਾਂ ਇਹ ਸਮਝਣ ਵਾਲੀ ਗੱਲ ਹੈ, ਕਿਉਂਕਿ ਬੱਚਾ ਜਿਹੜਾ ਸਟੂਡੈਂਟ ਵੀਜ਼ਾ ਜਾ ਰਿਹਾ ਉਹ ਸਮਝਦਾਰ ਬੱਚਾ, ਜਦ ਤੱਕ ਉਹ ਹਾਈ ਕਮਿਸ਼ਨ ਦੀ
ਵੈਬਸਾਈਟ ਨੂੰ ਨਹੀਂ ਫੋਲੋ ਕਰੇਗਾ ਤਾਂ ਉਹ ਗੁੰਮਰਾਹ ਹੀ ਹੋਏਗਾ ਇਸ ਚੀਜ਼ ਦੇ ਉੱਤੇ। ਤਾਂ ਇਹ ਸਨ ਸਾਡੇ ਨਾਲ ਵਿਜ਼ਨ ਗਰੁੱਪ ਤੋਂ ਹਨੀਸ਼ ਉੱਪਲ ਜੀ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਹੁਣ ਤੁਸੀਂ ਕੈਨੇਡਾ ਜਾਣ ਦਾ ਆਪਣਾ ਸੁਪਨਾ ਜਿਹੜਾ ਸਾਕਾਰ ਕਰ ਸਕੋਗੇ ਤੇ ਕਿਸ ਤਰ੍ਹਾਂ ਹੁਣ ਤੁਹਾਡੇ ਅੱਗੇ ਦਾ ਪ੍ਰੋਸੈਸ ਹੋਏਗਾ, ਕਿਸ ਤਰ੍ਹਾਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਹੈ, ਕਿਉਂਕਿ ਕਾਫੀ ਜਿਹੜੇ ਬੱਚੇ ਨੇ ਉਹ ਬਾਇਓਮੈਟ੍ਰਿਕਸ ਦੇ ਕਾਰਨ ਰੁਕੇ ਹੋਏ ਸੀ, ਕਿਉਂਕਿ ਫਾਈਲਾਂ ਹਜੇ ਨਹੀਂ ਲੱਗ ਰਹੀਆਂ ਸੀ, ਐਮਬੈਸੀ ਬੰਦ ਸੀ, ਪਰ ਹੁਣ ਜਿਹੜੀਆਂ ਉਹਨਾਂ ਦੀਆਂ ਫਾਈਲਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਅਪਰੂਵਲ ਉਹਨਾਂ ਨੂੰ ਆਉਣੀ ਸ਼ੁਰੂ ਹੋ ਜਾਏਗੀ। ਤੇ ਇੱਥੇ ਤੁਹਾਨੂੰ ਵੀ ਇੱਕ ਸੰਦੇਸ਼ ਹੈ ਕਿ ਤੁਸੀਂ ਇੱਥੇ ਗੁੰਮਰਾਹ ਨਹੀਂ ਹੋਣਾ, ਕਿਉਂਕਿ ਕਾਫੀ ਅਜਿਹੇ ਏਜੰਟਸ ਨੇ ਜਿਹੜੇ ਤੁਹਾਨੂੰ ਕਹਿਣਗੇ ਕਿ ਵਿਦਆਊਟ ਆਈਲੈਟਸ ਹੀ ਅਸੀਂ ਤੁਹਾਨੂੰ ਭੇਜਾਂਗੇ, ਜਾਂ ਹੋਰ ਵੀ ਕਈ ਪ੍ਰਕਾਰ ਦੇ ਨਾਲ ਤੁਹਾਨੂੰ ਗੁੰਮਰਾਹ ਕਰ ਸਕਦੇ ਨੇ। ਇੱਥੇ ਤੁਹਾਨੂੰ ਸੋਚ ਸਮਝ ਕੇ ਕੋਈ ਵੀ ਸਟੈਪ ਚੱਕਣ ਦੀ ਲੋੜ ਹੈ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।